ਵਪਾਰਕ ਸੰਦੇਸ਼ਾਂ ਤੋਂ ਬਾਅਦ ਇੱਕ ਵਾਰੀ ਫਿਰ ਆਪ ਜੀ ਨੂੰ ਨਿੱਘੀ ਜੀ ਆਇਆ। ਦੂਸਰੀ ਜਿਹੜੀ ਅੱਜ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਉਹ ਇਹ ਹੈ ਕਿ ਇਸ ਵੇਲੇ ਪਾਕਿਸਤਾਨ ਦੇ ਅੰਦਰ ਸਰਕਾਰ ਨਵੀਂ ਬਣਨੀ ਹੈ, ਉੱਥੇ ਇਲੈਕਸ਼ਨ ਹੋਣੀ ਹੈ। ਪਹਿਲੀ ਗੱਲ ਤਾਂ ਪਾਕਿਸਤਾਨ ਦੇ ਲੋਕਾਂ ਨੂੰ ਵਧਾਈ ਕਿ ਪਹਿਲੀ ਵਾਰੀ ਉੱਥੇ ਕਿਸੇ ਸਰਕਾਰ ਨੇ ਆਪਣੇ 5 ਸਾਲ ਪੂਰੇ ਕੀਤੇ ਨੇ। ਨਹੀਂ ਤਾਂ ਆਪ ਨੂੰ ਸਭ ਨੂੰ ਪਤਾ ਕਿ ਉੱਥੇ ਫੌਜੀ ਰਾਜ ਅਕਸਰ ਵਿੱਚ ਆ ਹੀ ਜਾਂਦਾ ਹੁੰਦਾ ਹੈ, ਲੇਕਿਨ ਇਸ ਸਰਕਾਰ ਨੇ 5 ਸਾਲ ਪੂਰੇ ਕੀਤੇ ਨੇ। ਨਾਮਜ਼ਦਗੀਆਂ ਹੋ ਰਹੀਆਂ ਨੇ ਇਹਨਾਂ ਦਿਨਾਂ 'ਚ, ਜਿਵੇਂ ਭਾਰਤ 'ਚ ਹੁੰਦੀਆਂ ਨੇ, ਵੱਡੇ ਜਲੂਸ ਕੱਢ ਕੇ ਲੋਕ ਲੀਡਰ ਆਪਣੇ ਜਿਹੜੇ ਨਾਮਜ਼ਦਗੀ ਦੇ ਕਾਗਜ਼ ਨੇ ਉਹ ਭਰ ਜਾਂਦੇ ਨੇ। ਲੇਕਿਨ ਇੱਕ ਨਵੀਂ ਚੀਜ਼ ਇਸ ਵਾਰੀ ਪਾਕਿਸਤਾਨ 'ਚ ਉੱਭਰੀ ਹੈ ਜਿਹੜੀ ਧਿਆਨ ਮੰਗਦੀ ਹੈ ਔਰ ਜਿਹੜੀ ਸਭ ਨਾਲ ਹੀ ਜੁੜਦੀ ਹੈ। ਉਹ ਇਹ ਹੈ ਕਿ ਬੜੀ ਹੈਰਾਨੀ ਹੋਈ ਜਦੋਂ ਮੈਂ ਇਸ ਚੀਜ਼ ਨੂੰ ਪੜ੍ਹਿਆ ਕੱਲ੍ਹ ਕਿ ਪਾਕਿਸਤਾਨ ਦੇ ਅੰਦਰ ਜਦੋਂ ਹੁਣ ਕੋਈ ਨੁਮਾਇੰਦਾ ਕਾਗਜ਼ ਦਾਖਲ ਕਰਨ ਜਾਂਦਾ ਹੈ ਆਪਦੀ ਨਾਮਜ਼ਦਗੀ ਦੇ, ਉਸ ਵੇਲੇ ਉਹ ਤੋਂ ਕਈ ਧਾਰਮਿਕ ਚੀਜ਼ਾਂ ਪੁੱਛਦੇ ਨੇ ਉਹ। ਔਰ ਤੁਸੀਂ ਹੈਰਾਨ ਹੋਵੋਗੇ ਕਈ ਜਿਹੜੀਆਂ ਕੱਟੜ ਜਥੇਬੰਦੀਆਂ ਨੇ ਪਾਕਿਸਤਾਨ ਦੇ ਅੰਦਰ, ਜਿਹੜੀਆਂ ਆਪਦੇ ਆਪ ਨੂੰ ਇਸਲਾਮ ਦਾ ਪਹਿਰੇਦਾਰ ਮੰਨਦੀਆਂ ਨੇ, ਜਿਹੜੀਆਂ ਕਹਿੰਦੀਆਂ ਨੇ ਕਿ ਇਸਲਾਮ ਸਿੱਖਣਾ ਸਭ ਦਾ ਫਰਜ਼ ਹੈ, ਡੰਡੇ ਨਾਲ ਸਿਖਾਉਂਦੀਆਂ ਨੇ, ਉਹਨਾਂ ਪਾਰਟੀਆਂ ਦੇ ਕਈ ਨੁਮਾਇੰਦਿਆਂ ਨੂੰ, ਇਹ ਮੈਂ ਨਹੀਂ ਕਹਿ ਰਿਹਾ, ਅਖਬਾਰ ਦੀ ਪਾਕਿਸਤਾਨ ਦੀ ਆਪਣੀ ਖਬਰ ਹੈ, ਕਿ ਉਹਨਾਂ ਨੂੰ ਕੁਰਾਨ ਦੀਆਂ ਕਈ ਆਮ ਜਿਹੜੀਆਂ ਅਨਾਇਤਾਂ ਨੇ ਉਹ ਵੀ ਨਹੀਂ ਉਹਨਾਂ ਨੂੰ ਆਈਆਂ। ਇੰਨਾ ਸ਼ਰਮਸਾਰ ਉਹਨਾਂ ਅਖੌਤੀ ਲੀਡਰਾਂ ਨੂੰ, ਜਾਂ ਜਿਨ੍ਹਾਂ ਦੇ ਮੂੰਹ ਦੇ ਉੱਤੇ ਧਾਰਮਿਕ ਮੁਖੌਟੇ ਪਾਏ ਹੋਏ ਨੇ, ਉਹਨਾਂ ਨੂੰ ਲੋਕਾਂ ਦੇ ਮੂਹਰੇ ਇਸ ਤਰ੍ਹਾਂ ਜ਼ਲੀਲ ਹੋਣਾ ਪਿਆ। ਇਹ ਗੱਲ ਮੈਂ ਇਸ ਕਰਕੇ ਕੀਤੀ ਹੈ ਕਿ ਮੈਨੂੰ ਇਹ ਗੱਲ ਦਿਲ ਨੂੰ ਲੱਗੀ ਹੈ, ਕਿਉਂਕਿ ਸਾਡੇ ਵੀ ਹੁਣ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਲੀਡਰ ਬਣਦੇ ਨੇ, ਜਾਂ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਧਾਰਮਿਕ ਪਾਰਟੀ ਹੈ, ਸਾਡੀ ਲੀਡਰ ਹੈ, ਕਿਹੜੇ ਵੇਲਿਆਂ ਤੋਂ ਸਾਡੀ ਨੁਮਾਇੰਦਗੀ ਕਰਦੀ ਆ ਰਹੀ ਹੈ। ਔਰ ਜਨਰਲੀ ਇਹੀ ਆਪਾਂ ਕਹਿੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਧਾਰਮਿਕ ਵਿਚਾਰਾਂ ਵਾਲੇ, ਧਾਰਮਿਕ ਦਿੱਖ ਵਾਲੇ, ਕਮ ਸੇ ਕਮ ਦੇਖਣ ਨੂੰ ਧਾਰਮਿਕ ਲੋਕ ਆਪਾਂ ਕਹਿ ਸਕਦੇ ਹਾਂ ਉਹ ਨੇ। ਲੇਕਿਨ ਪਿਛਲੇ ਹਫਤੇ ਵੀ ਜਦੋਂ ਗੱਲ ਕੀਤੀ ਸੀ ਡਾਕਟਰ ਵਾਲੀਆ ਸਾਹਿਬ ਨਾਲ, ਜਦੋਂ ਸਭਾ ਹੁੰਦੀ ਹੈ, ਚਾਹੇ ਫਤਿਹਗੜ੍ਹ ਸਾਹਿਬ ਹੈ, ਚਾਹੇ ਹੋਲਾ ਮਹੱਲਾ ਆਨੰਦਪੁਰ ਹੈ, ਤੇ ਚਾਹੇ ਵਿਸਾਖੀ ਹੈ ਦਮਦਮਾ ਸਾਹਿਬ ਦੀ, ਉੱਥੇ ਪੋਲੀਟੀਕਲ ਪੰਡਾਲ ਲੱਗਦੇ ਨੇ। ਮੈਂ ਇਹ ਗੱਲ ਨੂੰ ਤਾਂ ਕਹਿ ਰਿਹਾ, ਮੈਂ ਦਾਅਵੇ ਨਾਲ ਕਹਿਣਾ ਕਿ ਅਗਰ ਉਹ ਲੀਡਰਾਂ ਨੂੰ ਉੱਥੇ ਪੁੱਛਿਆ ਜਾਵੇ ਵੀ ਅੱਜ ਤੁਸੀਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਤੇ ਆਏ ਹੋ, ਸਾਹਿਬਜ਼ਾਦਿਆਂ ਦੇ ਜੀਵਨ ਦੇ ਬਾਰੇ 10 ਮਿੰਟ ਬੋਲੋ ਪਹਿਲਾਂ, ਫਿਰ ਪਤਾ ਲੱਗੇਗਾ ਕਿ ਇਹ ਸਾਡੇ ਧਾਰਮਿਕ ਨੇਤਾ ਨੇ ਜਿਹੜੇ, ਇਹਨਾਂ ਨੂੰ ਆਪ ਨੂੰ ਕਿੰਨਾ ਕੁ ਉੱਥੇ ਦਾ ਵਿਚਾਰ ਹੈ। ਇਹਨਾਂ ਨੇ 10 ਜਾਂ 30 ਸਕਿੰਟ ਜਾਂ ਵੱਧ ਤੋਂ ਵੱਧ 1.5 ਮਿੰਟ ਪਹਿਲਾਂ ਸ਼ਰਧਾਂਜਲੀ ਬੋਲ ਕੇ ਉਸ ਤੋਂ ਬਾਅਦ ਜਿਹੜਾ ਚੱਕੜ ਹੈ ਉਹ ਫਿਰ ਆਪਣੇ ਵਿਰੋਧੀ ਦਲਾਂ ਦੇ ਉੱਤੇ ਸੁੱਟਣਾ ਹੈ, ਚਾਹੇ ਕੋਈ ਹੋਵੇ। ਇਹ ਗੱਲ ਮੈਨੂੰ ਤਾਂ ਪਾਕਿਸਤਾਨ ਵਾਲੀ ਦਿਲ ਨੂੰ ਲੱਗੀ ਕਿ ਵਾਕਿਆ ਹੀ ਅਗਰ ਕਿਸੇ ਨੂੰ ਥੋੜ੍ਹਾ ਬਹੁਤਾ ਟੈਸਟ ਲਿਆ ਜਾਵੇ ਤਾਂ ਕਮ ਸੇ ਕਮ ਉਹ ਲੋਕ ਨਾ ਮੂਹਰੇ ਆਉਣ ਜਿਹੜੇ ਆਉਂਦੇ ਸਾਰ ਫਿਰ ਰਿਸ਼ਵਤ ਦੇ ਗੱਫੇ ਲੈਣੇ ਸ਼ੁਰੂ ਕਰਦੇ ਨੇ, ਜਿਹੜੇ ਆਉਂਦੇ ਸਾਰ ਜਿਨ੍ਹਾਂ ਨੂੰ ਕਿਸੇ ਚੀਜ਼ ਦਾ ਪਤਾ ਤੱਕ ਨਹੀਂ ਹੁੰਦਾ, ਲੇਕਿਨ ਉਹ MLA MP ਬਣ ਕੇ ਸਾਡੀ ਨੁਮਾਇੰਦਗੀ ਕਰਦੇ ਨੇ। ਇੱਥੇ ਇੱਕ ਹੋਰ ਵੀ ਮੈਂ ਗੱਲ ਕਹਾਂਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਐਸਾ ਵਿਦਿਆਲਿਆ ਖੋਲ੍ਹਣਾ ਚਾਹੀਦਾ ਹੈ ਜਿਸ ਦੇ ਅੰਦਰ ਤਾਂਤਰਿਕ ਸਾਜ਼, ਢੱਡ ਸਾਰੰਗੀ, ਹਾਰਮੋਨੀਅਮ, ਤਬਲਾ, ਜੋ ਵੀ ਆਪਾਂ ਕਹਿ ਲਈਏ, ਉੱਥੇ ਜਿੰਨੇ ਰਾਗੀ, ਜਿੰਨੇ ਪਾਠੀ, ਜਿੰਨੇ ਕਥਾਵਾਚਕ ਨੇ, ਉਹਨਾਂ ਨੂੰ 3-4 ਸਾਲ ਦੀ ਇੱਕ ਟ੍ਰੇਨਿੰਗ ਦੇ ਕੇ ਉੱਥੋਂ ਕੱਢਿਆ ਜਾਵੇ। ਉਹਦੇ ਨਾਲ ਕੀ ਫਰਕ ਪਏਗਾ? ਪਹਿਲਾ ਇਹ ਹੋਏਗਾ ਕਿ ਸਭ ਨੂੰ ਇੱਕੋ ਜਿਹਾ ਨੌਲੇਜ ਹੋਏਗਾ। ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਕਈ ਵਾਰੀ ਬੈਠੀ ਦਾ ਗੁਰੂ ਘਰ ਕੋਈ ਕਥਾਵਾਚਕ ਕਿਸੇ ਚੀਜ਼ ਨੂੰ ਕਿਸ ਢੰਗ ਨਾਲ ਸੁਣਾ ਰਿਹਾ, ਕੋਈ 6 ਮਹੀਨੇ ਬਾਅਦ ਹੋਰ ਕਥਾਵਾਚਕ ਆਏਗਾ, ਉਸੇ ਚੀਜ਼ ਨੂੰ ਉਹ ਹੋਰ ਐਂਗਲ ਤੋਂ ਸੁਣਾਏਗਾ, ਕੋਈ ਕਿਸ ਚੀਜ਼ ਨੂੰ ਕਿਵੇਂ ਲੈ ਰਿਹਾ, ਕੋਈ ਢਾਡੀ ਕਿਸ ਤਰ੍ਹਾਂ ਦੱਸ ਰਿਹਾ। ਉਦੋਂ ਬੜਾ ਦੁੱਖ ਲੱਗਦਾ ਕਿ ਇਹਨਾਂ ਲੋਕਾਂ ਤੋਂ ਤਾਂ ਅਸੀਂ ਸਿੱਖਣਾ ਹੈ, ਲੇਕਿਨ ਅਸੀਂ ਬਦਲ ਕੇ ਉਹੀ ਚੀਜ਼ ਨੂੰ ਕਿੰਨੇ ਡਿਫਰੈਂਟ ਤਰੀਕੇ ਨਾਲ ਅਸੀਂ ਸੁਣਿਆ ਹੈ। ਦੂਸਰੀ ਗੱਲ ਇਹ ਹੋਏਗੀ ਕਿ ਜਿਹੜਾ ਸਾਡਾ ਖੁੱਸਦਾ ਜਾ ਰਿਹਾ ਵਿਰਸਾ ਹੈ, ਰਾਗੀਆਂ ਦੀਆਂ ਵੀ ਅਸੀਂ ਗੱਲਾਂ ਸੁਣਦੇ ਹਾਂ, ਪਾਠੀਆਂ ਦੀਆਂ, ਗ੍ਰੰਥੀਆਂ ਦੀਆਂ ਬਹੁਤ ਗੱਲਾਂ ਗੁਰਦੁਆਰਿਆਂ 'ਚ ਹੁੰਦੀਆਂ ਨੇ, ਅਸੀਂ ਸੁਣਦੇ ਹਾਂ, ਕਿਉਂਕਿ ਇਹਨਾਂ ਨੂੰ ਤਨਖਾਹ ਵਧੀਆ ਅਸੀਂ ਨਹੀਂ ਦਿੰਦੇ। ਜੇ ਇਹੋ ਜਿਹੇ ਵਿਦਿਆਲਿਆ 'ਚੋਂ ਪੜ੍ਹ ਲਿਖ ਕੇ 4 ਸਾਲ ਦਾ 3 ਸਾਲ ਦਾ ਕੋਰਸ ਕਰਕੇ ਕੋਈ ਰਾਗੀ ਢਾਡੀ ਕਥਾਵਾਚਕ ਨਿਕਲੇਗਾ ਤਾਂ ਯਕੀਨੀ ਉਹ ਇੱਕ ਜੌਬ ਦੇ ਤੌਰ ਤੇ ਜੌਬ ਕਰੇਗਾ, ਉਸ ਦੇ ਵਿੱਚ ਇੱਕ ਮਾਣ ਹੋਏਗਾ ਆਪਣਾ ਕੰਮ ਕਰਨ ਦਾ, ਤਨਖਾਹ ਵੀ ਉਹਨੂੰ ਵਧੀਆ ਅਸੀਂ ਦੇਵਾਂਗੇ ਕਿਉਂਕਿ ਉਹ ਪੜ੍ਹ ਲਿਖ ਕੇ ਕੋਈ ਬੁੱਧੀ ਲੈ ਕੇ ਆਇਆ ਹੈ। ਇਹ ਗੱਲ ਫੌਜ ਦੇ ਅੰਦਰ ਹੈ, ਜਿਨ੍ਹਾਂ ਨੂੰ ਨਹੀਂ ਪਤਾ ਮੈਂ ਦੱਸ ਦੇਵਾਂ, ਜਿਹੜੀਆਂ ਭਾਰਤ ਦੀ ਫੌਜ ਦੇ ਅੰਦਰ ਇਨਫੈਂਟਰੀ ਦੀਆਂ ਬਟਾਲੀਅਨਸ ਨੇ ਉਹ ਸਾਰੀਆਂ ਪਿਓਰ ਨੇ, ਜਿਵੇਂ ਕਿ ਸਿੱਖ ਰੈਜੀਮੈਂਟਾਂ ਨੇ ਉਹ 'ਚ ਸਿੱਖ ਜਵਾਨ ਨੇ, ਗੁਰਖੇ ਨੇ ਉਹ 'ਚ ਗੁਰਖੇ ਨੇ, ਗੜਵਾਲੀਆਂ 'ਚ ਗੜਵਾਲੀ ਨੇ, ਲੇਕਿਨ
ਹਰ ਇਨਫੈਂਟਰੀ ਬਟਾਲੀਅਨ ਦੇ ਅੰਦਰ ਉਸ ਧਰਮ ਦੇ ਮੁਤਾਬਕ ਗੁਰਦੁਆਰਾ ਮੰਦਿਰ ਜਾਂ ਜਿਸ ਨੂੰ ਵੀ ਉਹ ਮੰਨਦੇ ਨੇ ਉਹ ਬਣਿਆ ਹੁੰਦਾ ਹੈ। ਤੁਸੀਂ ਹੈਰਾਨ ਹੋਵੋਗੇ, ਅਮਰਿੰਦਰ ਸਿੰਘ ਦੀ ਰੈਜੀਮੈਂਟ ਹੈ ਜਿਹੜੀ 2 ਸਿੱਖ ਹੈ ਜਿਹਦੇ ਵਿੱਚ ਇਹਨਾਂ ਨੇ ਸਰਵਿਸ ਕੀਤੀ ਸੀ। 2 ਸਿੱਖ ਦਾ ਮੈਨੂੰ ਮਿਲਣ ਦਾ ਮੌਕਾ ਮਿਲਿਆ ਚੰਡੀ ਮੰਦਿਰ, ਮੈਂ ਇੱਕ ਵਾਰੀ ਗਿਆ ਹੋਇਆ ਸੀ। ਔਰ ਉਹਨਾਂ ਦਾ ਰਾਗੀ ਇੰਨਾ ਕੁ ਵਧੀਆ ਉਹਨਾਂ ਨੇ ਕੀਰਤਨ ਕੀਤਾ, ਇੰਗਲਿਸ਼ ਦੇ ਵਿੱਚ ਉਹ ਬੋਲੇ, ਵਿੱਚ ਰੁਕ ਰੁਕ ਕੇ ਇੰਗਲਿਸ਼ 'ਚ ਉਹਨਾਂ ਨੇ ਗੱਲਾਂ ਕਹੀਆਂ। ਬਾਅਦ ਵਿੱਚ ਮੈਂ ਬੈਠਾ, ਮੈਂ ਉਹਨਾਂ ਨੂੰ ਆਖਿਆ, ਹੌਲਦਾਰ ਸੀਗੇ ਨਾਲੇ ਉਹ, ਕਿਉਂਕਿ ਇਹ ਜਿੰਨੇ ਇਹ ਮੰਦਰਾਂ 'ਚ ਗੁਰਦੁਆਰਿਆਂ 'ਚ ਫੌਜ ਦੇ ਅੰਦਰ ਲਾਂਗਰੀ ਵੀ ਆ, ਚਾਹੇ ਉਹ ਫੌਜੀ ਨਾਲ ਹੈ, ਲੜਾਈ ਲੱਗਣੀ ਹੈ ਤਾਂ ਬੰਦੂਕ ਉਹਨੇ ਵੀ ਚੱਕਣੀ ਹੈ। ਲੇਕਿਨ ਉਹਨਾਂ ਨਾਲ ਮੈਂ ਗੱਲ ਕੀਤੀ, ਉਹ ਮੈਨੂੰ ਕਹਿੰਦੇ ਗਿੱਲ ਸਾਹਿਬ ਵੀ ਮੈਂ 4 ਸਾਲ ਦਾ ਪੂਰਾ ਟ੍ਰੇਨਿੰਗ ਲਈ ਹੈ, ਸਾਨੂੰ ਫੌਜ 'ਚ 4 ਸਾਲ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਕੱਲਾ ਮੈਨੂੰ ਸਿੱਖ ਧਰਮ ਨਹੀਂ ਪੜ੍ਹਾਇਆ ਗਿਆ, ਮੈਨੂੰ ਨਾਲ ਕੰਪੈਰੇਟਿਵ ਸਟੱਡੀ ਪੜ੍ਹਾਈ ਗਈ ਹੈ। ਸੋ ਇਹਦਾ ਮਤਲਬ ਹੈ ਕਿ ਉਹ ਮੈਨੂੰ ਕਹਿੰਦੇ ਕਿ ਮੈਂ ਕੁਰਾਨ ਦਾ ਵੀ ਓਨਾ ਹੀ ਗਿਆਤਾ ਹਾਂ, ਮੈਂ ਗੀਤਾ ਦਾ ਵੀ ਓਨਾ ਹੀ ਗਿਆਤਾ ਹਾਂ, ਮੈਂ ਬਾਈਬਲ ਦਾ ਵੀ ਓਨਾ ਹੀ ਗਿਆਤਾ ਹੈ ਜਿੰਨਾ ਮੈਂ ਗੁਰੂ ਗ੍ਰੰਥ ਸਾਹਿਬ ਦਾ ਹਾਂ। ਕਿਉਂਕਿ ਉਹਨਾਂ ਨੇ ਉਸ ਦਿਨ ਕੀਰਤਨ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਇੰਗਲਿਸ਼ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਜਦੋਂ ਬੋਲਦੇ ਸੀ, ਉਹ ਇਹ ਗੱਲ ਤੋਂ ਮੈਨੂੰ ਤਾਂ ਉਹਨਾਂ ਨੂੰ ਸਵਾਲ ਪੁੱਛਣਾ ਪਿਆ। ਔਰ ਉਹਨਾਂ ਨੇ ਦੱਸਿਆ ਕਿ ਮੈਂ ਆਪਦੇ ਕੋਰਸ ਦਾ ਟੌਪ ਕੀਤਾ ਹੋਇਆ ਹੈ, ਮੈਂ ਗੋਲਡ ਮੈਡਲਿਸਟ ਹਾਂ। ਇਹੋ ਜਿਹੀ ਜਿਹੜੇ ਚੀਜ਼ਾਂ ਨੇ, ਅਗਰ ਉਹ ਭਾਰਤੀ ਫੌਜ, ਨਾਲੇ ਉਹ ਫੌਜ ਹੈ, ਲੇਕਿਨ ਅਗਰ ਉਹ 3-4 ਸਾਲ ਦਾ ਕੋਰਸ ਕਰਵਾ ਕੇ ਆਪਣੀਆਂ ਰੈਜੀਮੈਂਟਸ ਦੇ ਅੰਦਰ ਇਸ ਕਿਸਮ ਦੇ ਰਾਗੀ ਜਾਂ ਕੀਰਤਨੀਏ ਜਾਂ ਕਥਾਵਾਚਕ ਰੱਖਦੇ ਨੇ ਗੁਰਦੁਆਰਿਆਂ ਮੰਦਿਰਾਂ 'ਚ, ਤਾਂ ਸਾਡੀ ਕੌਮ ਤਾਂ ਏਡੀ ਵੱਡੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 400 ਕਿੰਨੇ ਰੁਪਏ ਦਾ ਕਰੋੜ ਦਾ ਐਕਟੀ ਤੁਸੀਂ ਬਜਟ ਦੇਖਿਆ ਪਿੱਛੇ ਜੇ ਪਾਸ ਹੋਇਆ ਹੈ, ਉਹ 'ਚ ਉਹ ਲਿਖਦੇ ਨੇ 82 ਕਰੋੜ ਰੁਪਈਆ ਧਰਮ ਪ੍ਰਚਾਰ ਦਾ ਖਾਨਾ ਹੁੰਦਾ ਹੈ। ਮੈਨੂੰ ਇੱਕ ਗੱਲ ਨਾਲ ਅਫਸੋਸ ਨਾਲ ਕਹਿਣਾ ਪੈਂਦਾ ਕਿ ਜੇ 100 ਕਰੋੜ 80 ਕਰੋੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਤੇ ਖਰਚ ਰਹੀ ਹੈ, ਤਾਂ ਪੰਜਾਬ 'ਚ ਤਾਂ ਸਿੱਖ ਦਿਖਣੇ ਚਾਹੀਦੇ, ਲੇਕਿਨ ਪੰਜਾਬ 'ਚ ਤਾਂ ਅੱਜ ਕੱਲ੍ਹ ਕਾਲਜਾਂ 'ਚ ਪੱਗ ਵਾਲਾ ਮੁੰਡਾ ਨਹੀਂ ਲੱਭਦਾ। ਔਰ ਜਿਹੜਾ ਨਸ਼ਿਆਂ ਦਾ ਹਾਲ ਹੈ ਉਹ ਵੀ ਆਪ ਸਭ ਨੂੰ ਪਤਾ ਹੈ। ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਾਨੂੰ ਜਿਹੜੇ ਲੀਡਰ ਇੱਥੇ ਆਉਂਦੇ ਨੇ ਸਾਡੇ ਕੋਲੇ, ਕਦੇ ਵੀ ਆਉਂਦੇ ਨੇ ਕਿਸੇ ਵੀ ਪਾਰਟੀ ਦੇ ਹੋਣ, ਉਹਨਾਂ ਨੂੰ ਸਾਡਾ ਫਰਜ਼ ਬਣਦਾ ਹੈ, ਜਾਂ ਜਿਹੜੇ ਰਾਗੀ ਢਾਡੀ ਆਉਂਦੇ ਨੇ, ਅੱਛੇ ਆਉਂਦੇ ਨੇ, ਜਿਹੜੇ ਜਿਨ੍ਹਾਂ ਦੀਆਂ ਅਖਬਾਰਾਂ 'ਚ ਫਿਰ ਇਸ਼ਤਿਹਾਰ ਲੱਗਦੇ ਨੇ, ਗੁਰਦੁਆਰਿਆਂ 'ਚ ਇਕੱਠ ਹੁੰਦੇ ਨੇ, ਉਹਨਾਂ ਦੇ ਕੰਨਾਂ ਤੱਕ ਇਹ ਚੀਜ਼ਾਂ ਪਹੁੰਚਾਈਆਂ ਜਾਣ ਕਿ ਭਾਈ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਜਾਂ ਸ਼੍ਰੋਮਣੀ ਅਕਾਲੀ ਦਲ ਕੋਲੇ ਇਹੋ ਜਿਹੇ ਸਵਾਲ ਉਠਾਓ ਕਿ ਸਾਨੂੰ ਬਾਹਰਲੇ ਲੋਕ ਪੁੱਛਦੇ ਨੇ ਕਿ ਇਹੋ ਜਿਹਾ ਕੋਈ ਵਿਦਿਆਲਿਆ ਖੋਲ੍ਹੋ। ਫਿਰ ਇਹ ਜਿੰਨੇ ਰੌਲੇ ਰੱਪੇ ਨੇ ਇੱਥੇ ਗੁਰੂ ਘਰਾਂ 'ਚ, ਕੋਈ ਕਹਿੰਦਾ ਜੀ ਮੈਂ ਫਲਾਣੇ ਨੂੰ ਨਹੀਂ ਪੜ੍ਹਨ ਦੇਣਾ, ਕੋਈ ਕਹਿੰਦਾ ਜੀ ਇਹਨੇ ਫਲਾਣੇ ਨੇ ਤਾਂ ਇਹੋ ਜਿਹੀ ਕਥਾ ਕੀਤੀ ਸੀ, ਉਹ ਉੱਥੇ ਬੋਲਿਆ ਸੀ, ਕੋਈ ਗੁਰਦੁਆਰਾ ਕਹੂਗਾ ਮੈਂ ਨਹੀਂ ਇਹਨੂੰ ਪੜ੍ਹਨ ਦੇਣਾ। ਲੇਕਿਨ ਉਹ ਸਾਰੇ ਨਵੇੜੇ ਹੋ ਜਾਣਗੇ ਜਦੋਂ ਇੱਕ ਰੈਕੋਗਨਾਈਜ਼ਡ ਵਿਦਿਆਲਿਆ ਤੋਂ, ਮਾਣਯੋਗ ਵਿਦਿਆਲਿਆ ਤੋਂ, ਜਿਵੇਂ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਹੁਣ ਬਣਾਈ ਹੈ, ਇਹੋ ਜਿਹੇ ਅਦਾਰਿਆਂ ਦੇ ਵਿੱਚੋਂ ਅਗਰ ਇਹ ਲੋਕ ਅਸੀਂ ਟ੍ਰੇਨ ਕਰਕੇ ਪੈਦਾ ਕਰਕੇ ਬਾਹਰ ਭੇਜਾਂਗੇ ਤਾਂ ਯਕੀਨਨ ਹੈ ਕਿ ਪ੍ਰਚਾਰ ਵੀ ਪੂਰਾ ਸਹੀ ਹੋਏਗਾ, ਔਰ ਉਸ ਪ੍ਰਚਾਰ ਦਾ ਅਸਰ ਵੀ ਹੋਏਗਾ, ਸਤਿਕਾਰ ਵੀ ਹੋਏਗਾ, ਔਰ ਉਸ ਦੇ ਨਾਲ ਸਾਡੇ ਮਨਾਂ 'ਚ ਔਰ ਕੌਮ ਦੇ ਅੰਦਰ ਸ਼ਾਂਤੀ ਵੀ ਆਏਗੀ। ਸੋ ਦੋਸਤੋ, ਇੰਨਾ ਹੀ ਅੱਜ ਦਾ ਪ੍ਰੋਗਰਾਮ ਹੈ, ਤੇ ਇਸ ਤੋਂ ਬਾਅਦ ਇੱਕ ਗੱਲ ਮੈਂ ਹੋਰ ਕਹਿ ਕੇ ਅੱਜ ਦਾ ਤੁਹਾਡੇ ਤੋਂ ਮਾਫੀ ਲਵਾਂਗਾ।